ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਰੋਜ਼ਾਨਾ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅਰਥਾਂ ਨੂੰ ਵਿਚਾਰਦੇ ਹਾਂ। ਆਤਮਿਕ ਜੀਵਨ ਯੁਕਤ ਸਿੱਖਣ ਦਾ ਯਤਨ ਕਰ ਰਹੇ ਹਾਂ। ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 278 ਦੇ ਉੱਪਰ ਅੰਕਿਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਗੌੜੀ ਰਾਗ ਵਿੱਚ ਉਚਾਰਨ ਕੀਤੀ ਹੋਈ ਉਹ ਬਾਣੀ ਜਿਹੜੀ ਸਿੱਖ ਜਗਤ ਵਿੱਚ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ 11ਵੀਂ ਅਸ਼ਟਪਦੀ ਦੇ 7 ਪਦਿਆਂ ਦੀ ਵਿਚਾਰ ਆਪਾਂ ਕੱਲ ਤੱਕ ਕੀਤੀ ਸੀ। ਅੱਜ 11ਵੀਂ ਅਸ਼ਟਪਦੀ ਦਾ ਆਖਰੀ 8ਵਾਂ ਪਦਾ ਸ਼ੁਰੂ ਹੋ ਰਿਹਾ ਜੀ। ਕਬਹੂ ਸਾਧ ਸੰਗਤ ਇਹ ਪਾਵੈ ਇਹ ਮਨ। ਜਦੋਂ ਗੁਰੂ ਕੀ ਸੰਗਤ ਨੂੰ ਪਾ ਲੈਂਦਾ ਹੈ। ਪਿੱਛੇ ਅਸ਼ਟਪਦੀ ਆਈ ਸੀ। ਜਦੋਂ ਆਪਾਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਗੁਰਬਾਣੀ ਦਾ ਪਾਠ, ਕਥਾ, ਕੀਰਤਨ, ਸਰਵਣ ਕਰਦੇ ਹਾਂ ਤਾਂ ਜਦੋਂ ਸਿੱਖਿਆਵਾਂ ਚੰਗੀਆਂ ਲੱਗਦੀਆਂ ਨੇ, ਮਨ ਮੰਨਣ ਨੂੰ ਤਿਆਰ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਇਹਨੇ ਸਤ ਸੰਗਤ ਪਾ ਲਈ, ਸੱਚ ਦਾ ਸੰਗ ਕਰ ਲਿਆ। ਕਿਉਂਕਿ ਜਿੰਨਾ ਚਿਰ ਮਨ ਨੂੰ ਚੰਗਾ ਨਹੀਂ ਲੱਗੇਗਾ, ਮੰਨੇਗਾ ਨਹੀਂ ਤੇ ਸੁਭਾਅ ਬਦਲੇਗਾ ਨਹੀਂ, ਸੋਚ ਬਦਲੇਗੀ ਨਹੀਂ। ਇਸ ਲਈ ਧਰਮ ਦੇ ਕਰਮਾਂ ਨੂੰ ਕਰਮ ਕਾਂਡ ਕਹਿ ਕੇ ਕੰਡੈਮ ਕੀਤਾ ਗਿਆ। ਉਪਦੇਸ਼ ਮੰਨਣੇ ਨੇ। ਕਈ ਵਾਰੀ ਸਾਨੂੰ ਸਮਝਣ ਤੇ ਸਮਝਾਉਣ ਵਿੱਚ ਫਰਕ ਪੈ ਗਿਆ, ਜਾਂ ਸਮਝਣ ਵਿੱਚ ਜਾਂ ਸਮਝਾਉਣ ਵਿੱਚ ਅਸੀਂ ਮੰਗਣ ਤੇ ਰਹਿ ਗਏ। ਸਿੱਖਣ ਦੀ ਪ੍ਰਕਿਰਿਆ ਸਾਡੇ ਚੋਂ ਘਟਦੀ ਗਈ। ਮੰਨਣ ਦੇ ਨਾਲ ਸਤਸੰਗਤ ਦੀ ਪ੍ਰਾਪਤੀ ਹੈ। ਜਦੋਂ ਇਹ ਮਨ ਸਤਸੰਗਤ ਨੂੰ ਪ੍ਰਾਪਤ ਕਰਦਾ ਹੈ, ਭਾਵ ਇਹ ਮੰਨਣ ਤੁਰਦਾ ਹੈ, ਸੁਭਾਅ ਬਦਲਣ ਦਾ ਯਤਨ ਕਰਦਾ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਬਦਲ ਜਾਂਦਾ, ਉਹਨੂੰ ਕਹਿੰਦੇ ਨੇ ਸੰਗਤ ਕਰ ਲਈ। ਉਸ ਸਥਾਨ ਤੇ ਬਹੁਰ ਨਾ ਆਵੈ, ਦੁਬਾਰੇ ਨਹੀਂ ਫਿਰ ਆਉਂਦਾ। ਜਦੋਂ ਸੋਚ ਉੱਚੀ ਹੋ ਜਾਂਦੀ ਹੈ ਨਾ, ਗੁਰਮਤਿ ਵਾਲੀ ਬਣ ਜਾਂਦੀ ਹੈ, ਸੁਭਾਅ ਗੁਰਮੁਖ ਬਣ ਜਾਂਦਾ ਹੈ। ਇੱਦਾਂ ਕਹਿ ਲਓ, ਜਿੰਨਾ ਚਿਰ ਲੋਭ ਲਾਲਚ ਵਿੱਚ ਹੈ ਉਹਨਾਂ ਚਿਰ ਫਸਿਆ ਹੋਇਆ। ਜਦੋਂ ਸਬਰ ਸੰਤੋਖ ਜਿਉਣਾ ਆ ਗਿਆ ਨਾ, ਫਿਰ ਨਹੀਂ ਵਾਪਸ ਆਉਂਦਾ। ਜਿੰਨਾ ਚਿਰ ਉਹ ਰਸ ਨਹੀਂ ਆਇਆ ਉਹਨਾਂ ਚਿਰ ਗੱਲ ਵੱਖਰੀ ਹੈ। ਜਾ ਕੋ ਰਸ ਹਰ ਰਸ ਆਇਓ, ਤੁਹਾਨ ਰਸ ਨਾਹੀ ਲਪਟਾਇਓ। ਉਸ ਸਥਾਨ ਤੇ ਬਹੁਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਕਿਉਂਕਿ ਅੰਦਰ ਸੋਝੀ ਮਿਲਦੀ ਹੈ। ਜਿਹੜੀ ਸੋਝੀ ਅੰਦਰੋਂ ਜਾਗਦੀ ਹੈ ਉਹ ਆਨੰਦ ਖੇੜਾ ਦਿੰਦੀ ਹੈ। ਉਹਨੂੰ ਗਿਆਨ ਪ੍ਰਗਾਸ ਕਹਿੰਦੇ ਨੇ। ਉਸ ਸਥਾਨ ਕਾ ਨਹੀਂ ਵਿਨਾਸ਼, ਉਹ ਅਵਸਥਾ ਕਦੀ ਮਰਦੀ ਨਹੀਂ। ਬਾਹਰੋਂ ਜਦੋਂ ਕੋਈ ਸਮਝਾਉਂਦਾ ਹੈ, ਉਹ ਕਿੰਨੇ ਵਾਰੀ ਸਮਝਾਈ ਜਾਵੇ, ਕਿੰਨਾ ਵੀ ਸਾਡਾ ਆਪਣਾ ਪਿਆਰਾ ਹੋਵੇ, ਪਰ ਜਦੋਂ ਸੋਝੀ ਅੰਦਰੋਂ ਜਾਗ ਪਈ ਨਾ, ਫਿਰ ਗਿਆਨ ਪ੍ਰਗਾਸ ਹੁੰਦਾ ਹੈ। ਫਿਰ ਉਸ ਅਵਸਥਾ ਦਾ ਵਿਨਾਸ਼ ਨਹੀਂ ਹੁੰਦਾ। ਫਿਰ ਉਹ ਅਵਸਥਾ ਹੈ ਮਨ ਤਨ ਨਾਮ ਰਤੇ ਇੱਕ ਰੰਗ। ਰੱਬੀ ਉਪਦੇਸ਼ ਦੇ ਪਿਆਰ ਵਿੱਚ ਭਿੱਜਿਆ ਹੋਇਆ ਮਨ ਤੇ ਜ਼ਿੰਦਗੀ ਦੇ ਨਿਸ਼ਾਨੇ, ਜ਼ਿੰਦਗੀ ਦੇ ਕਰਮ ਉਹਦੇ ਪਿਆਰ ਵਿੱਚ ਚੱਲਦੇ ਨੇ। ਉਹਦੇ ਪਿਆਰ ਵਿੱਚ ਭਿੱਜ ਕੇ ਜੀਵਨ ਸਮਰਪਿਤ ਕਰ ਦੇਣਾ ਜ਼ਿੰਦਗੀ ਦਾ ਨਿਸ਼ਾਨਾ ਬਣ ਜਾਂਦਾ ਹੈ। ਸਦਾ ਬਸ ਹੈ ਪਾਰ ਬ੍ਰਹਮ ਕਹਿ ਸੰਗ। ਫਿਰ ਇੱਦਾਂ ਮਹਿਸੂਸ ਹੁੰਦਾ, ਵਾਹਿਗੁਰੂ ਜੀ ਮੇਰੇ ਅੰਗ ਸੰਗ ਨੇ। ਗੁਰੂ ਦੀ ਕਲਾ ਵਾਪਰਦੀ ਹੈ। ਫਿਰ ਪਿਆਰੇ ਦੇ ਪ੍ਰੇਮ ਰਸ ਦੀਆਂ ਬੂੰਦਾਂ ਕਮਾਲ ਕਰ ਦਿੰਦੀਆਂ। ਪਿਆਰੇ ਦਾ ਅੰਗ ਸੰਗ ਹੋਣਾ, ਮਹਿਸੂਸ ਕਰਨਾ ਇੱਕ ਹੌਸਲਾ ਦਿੰਦਾ ਹੈ। ਉਹਦੀ ਭੈ ਪਾਵਨੀ ਵਿੱਚ ਜਿਉਣਾ ਜ਼ਿੰਦਗੀ ਨੂੰ ਇੱਕ ਦਿਸ਼ਾ ਮਿਲਦੀ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਇਹ ਮਨ ਪਿਆਰੇ ਦੇ ਪ੍ਰੇਮ ਰਸ ਵਿੱਚ ਇੱਦਾਂ ਮਿਕਸ ਹੋ ਜਾਂਦਾ ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ। ਜਿਵੇਂ ਪਾਣੀ ਪਾਣੀ ਵਿੱਚ ਮਿਕਸ ਹੋ ਜਾਂਦਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਮਨ ਵੀ ਇੱਕ ਜੋਤ ਹੈ, ਇੱਕ ਗਿਆਨ ਦੀ ਅੰਸ਼ ਹੈ, ਵਿਚਾਰਾਂ ਦੀ ਅੰਸ਼ ਹੈ। ਇਹ ਰੱਬ ਵੀ ਸੱਚਾ ਗਿਆਨ ਹੈ। ਮਨ ਵਿਚਾਰ ਹੈ, ਰੱਬ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਬੈਠੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨੇ, ਸਾਡੇ ਅੰਦਰ ਆਤਮਾ ਦੀ ਆਵਾਜ਼ ਬਣ ਕੇ।
ਮਨ ਜਦੋਂ ਉਸ ਵਿੱਚ ਸਮਾ ਜਾਂਦਾ ਹੈ ਤੇ ਆਪਣੇ ਵਿਚਾਰ ਛੱਡ ਕੇ ਰੱਬੀ ਵਿਚਾਰ ਵਿੱਚ ਸਮਿਲਿਤ ਹੋ ਜਾਂਦਾ, ਸਮਾ ਜਾਂਦਾ ਹੈ। ਮਿਟ ਗਏ ਗਵਨ ਪਾਏ ਵਿਸ਼ਰਾਮ। ਇਹ ਮਨ ਕਦੀ ਚਿੰਤਾ ਵਿੱਚ, ਕਦੀ ਦੁੱਖਾਂ ਵਿੱਚ, ਕਦੀ ਪਸ਼ੂਆਂ ਦੇ ਸੁਭਾਅ ਵਿੱਚ, ਕਦੀ ਪੰਛੀਆਂ ਦੇ ਸੁਭਾਅ ਵਿੱਚ ਭਟਕਦਾ ਹੈ, ਕਦੀ ਲੋਭ ਲਾਲਚ ਵਿੱਚ, ਕਦੀ ਕਿੱਧਰ। ਪਰ ਜਦੋਂ ਇਹ ਪਿਆਰ ਵਿੱਚ ਸਮਾ ਜਾਂਦਾ ਹੈ, ਫਿਰ ਇਹਦੇ ਗਵਨ ਮਿਟ ਜਾਂਦੇ ਨੇ, ਇਹਦੇ ਫੇਰੇ ਮਿਟ ਜਾਂਦੇ ਨੇ, ਇਹਨੂੰ ਵਿਸ਼ਰਾਮ ਟਿਕਾਣਾ ਮਿਲ ਜਾਂਦਾ। ਪਤਾ ਲੱਗ ਜਾਂਦਾ ਅਸਲੀ ਜਿਉਣਾ ਤਾਂ ਆ ਆਖੋ ਵਾਹਿ ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਨਾਨਕ ਜੀ ਸਦਾ ਵਾਹਿਗੁਰੂ ਜੀ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਨੂੰ ਸੰਪੂਰਨ ਸਮਰਪਿਤ ਹੋ ਕੇ ਜਿਉਣਾ ਚਾਹੀਦਾ ਹੈ, ਫੁੱਲੀ ਡੈਡੀਕੇਟਡ ਹੋ ਕੇ ਜਿਉਣਾ ਚਾਹੀਦਾ ਹੈ। ਇਹ ਸੁਖਮਨੀ ਸਾਹਿਬ ਜੀ ਦੀ 11ਵੀਂ ਅਸ਼ਟਪਦੀ, ਅੱਗੋਂ 12ਵੀਂ ਅਸ਼ਟਪਦੀ ਦੇ ਨਾਲ ਸ਼ਲੋਕ ਹੈ। ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਜੀਵਨ ਦੋ ਤਰ੍ਹਾਂ ਦਾ ਹੈ। ਇੱਕੋ ਜਿਹੜੇ ਨਿਮਰਤਾ ਵਿੱਚ ਜਿਉਂਦੇ ਨੇ, ਆਪਣੇ ਅੰਦਰੋਂ ਆਪਣਾ ਹਿਊਮਨ ਨੇਚਰ ਮੇਟ ਲੈਂਦੇ ਨੇ ਤੇ ਗੁਰਮੁਖ ਨੇਚਰ ਪੈਦਾ ਕਰ ਲੈਂਦੇ ਨੇ, ਗੁਰਮੁਖ ਸੁਭਾਅ। ਉਹ ਆਪਣੇ ਸੁਭਾਅ ਤੇ ਹੰਕਾਰ ਨਹੀਂ ਕਰਦੇ, ਉਹਨਾਂ ਨੂੰ ਆਪਣਾ ਸੁਭਾਅ ਪਰਫੈਕਟ ਨਹੀਂ ਲੱਗਦਾ, ਸੋਚ ਪਰਫੈਕਟ ਨਹੀਂ ਲੱਗਦੀ। ਉਹਨਾਂ ਨੂੰ ਲੱਗਦਾ ਹੈ ਮੇਰੇ ਸੁਭਾਅ ਨੂੰ ਸੰਵਾਰਨ ਦੀ ਲੋੜ ਹੈ, ਮੇਰੀ ਸੋਚ ਨੂੰ ਸੰਵਾਰਨ ਦੀ ਲੋੜ ਹੈ। ਉਹ ਜਿਹੜੇ ਨਿਮਰਤਾ ਵਿੱਚ ਹੁੰਦੇ ਨੇ, ਮਸਕੀਨ ਭਾਵ ਨਿਮਰਤਾ, ਉਹ ਸੁਖੀ ਹੁੰਦੇ ਨੇ। ਆਖੋ ਵਾਹਿਗੁਰੂ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਨਿਮਰਤਾ ਵਿੱਚ ਸਾਰਿਆਂ ਨੂੰ, ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝਦੇ। ਉਹ ਤਾਂ ਕਹਿੰਦੇ ਨੇ ਪਿਆਰਿਆ ਤੂੰ ਮੇਰੇ ਲਈ ਉੱਚਾ ਹੈ, ਮੈਂ ਤੇਰੇ ਲਈ ਨੀਵਾਂ। ਮੈਂ ਤੇਰੇ ਚਰਨਾਂ ਵਿੱਚ ਬੈਠਦਾ, ਮੈਨੂੰ ਆਨੰਦ ਆਉਂਦਾ ਹੈ। ਮੈਨੂੰ ਤਾਂ ਚਾਕਰੀ ਕਰਨ ਵਿੱਚ ਆਨੰਦ ਹੈ। ਸਾਰਿਆਂ ਨੂੰ ਆਪਣੇ ਤੋਂ ਚੰਗੇ ਸਮਝ ਕੇ ਸਾਰਿਆਂ ਦੇ ਲਈ ਜਿਉਣਾ, ਦੂਸਰਿਆਂ ਲਈ ਜਿਉਣਾ, ਉਹ ਸੁਖੀ ਨੇ। ਤੇ ਦੂਸਰਾ ਜੀਵਨ ਜਿਉਣ ਦਾ ਤਰੀਕਾ, ਵੱਡੇ ਵੱਡੇ ਅਹੰਕਾਰੀ ਆ ਨਾਨਕ ਗਰਭ ਗਲੇ। ਜਿਹੜੇ ਹੰਕਾਰ ਵਿੱਚ ਜਿਉਂਦੇ ਨੇ, ਉਨੀ ਅਮੀਰੀ ਨਹੀਂ ਹੈ ਜਿੰਨੀ ਅਮੀਰੀ ਸ਼ੋਅ ਕਰਦੇ ਨੇ, ਹੰਕਾਰ ਹੈ। ਉਹਨਾਂ ਸਤਿਕਾਰ ਪ੍ਰਭਤਾ ਨਹੀਂ ਜਿੰਨਾ ਆਪਣੇ ਆਪ ਨੂੰ ਮੰਨਦੇ ਨੇ, ਪਤਾ ਨਹੀਂ ਦੁਨੀਆ ਮੈਨੂੰ ਕਿੰਨਾ ਕੁ ਮੰਨਦੀ ਹੈ। ਪ੍ਰਭਤਾ ਉਹਨਾਂ ਗਿਆਨ ਨਹੀਂ ਹੈ ਜਿੰਨਾ ਵਿਖਾਵਾ ਕਰਦੇ ਨੇ, ਉਹਨੇ ਗੁਣ ਨਹੀਂ ਹੈ। ਇਹ ਹੰਕਾਰ ਹੈ, ਇਹਦੇ 'ਚ ਗਰਭ ਗਲੇ ਆਪਣਾ ਸਾਰਾ ਕੁਛ ਬਰਬਾਦ ਕਰ ਲੈਂਦੇ ਨੇ। ਦੋ ਤਰ੍ਹਾਂ ਦਾ ਰਸਤਾ ਹੈ, ਕੋਈ ਹੰਕਾਰ ਤੇ ਤੁਰ ਰਿਹਾ, ਕੋਈ ਨਿਮਰਤਾ ਤੇ ਤੁਰ। ਕੋਈ ਲੋਭੀ ਬਣ ਕੇ ਜਿਉ ਰਿਹਾ, ਕੋਈ ਸਬਰ ਸੰਤੋਖੀ ਬਣ ਕੇ ਜਿਉ ਰਿਹਾ। ਇੱਕ ਸੁਖੀ ਹੈ, ਇੱਕ ਦੁਖੀ ਹੈ। ਆਖੋ ਵਾਹਿਗੁਰੂ। ਅਸ਼ਟਪਦੀ 12ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। 8 ਪਦੇ ਨੇ, ਇੱਕ ਇੱਕ ਪਦੇ ਵਿੱਚ 10-10 ਪੰਕਤੀਆਂ ਨੇ। ਜਿਸ ਕੈ ਅੰਤਰ ਰਾਜ ਅਭਿਮਾਨ। ਰਾਜ ਹੁੰਦਾ ਹੈ ਸੁੱਖ ਸਹੂਲਤ, ਫੈਸਿਲਿਟੀ, ਲਗਜ਼ਰੀ, ਹੁਕਮ ਚੱਲਣਾ। ਹਰ ਬੰਦੇ ਦੀ ਦੌੜ ਇਸ ਪਾਸੇ ਲੱਗੀ ਹੈ, ਵੱਧ ਤੋਂ ਵੱਧ ਮੇਰੇ ਕੋਲ ਸੁੱਖ ਸਹੂਲਤ ਹੋਵੇ, ਹਰ ਕੋਈ ਮੇਰਾ ਹੁਕਮ ਮੰਨੇ। ਇਹ ਗੱਲ ਵੱਖਰੀ ਹੈ। ਜੇ ਹੋਰਾਂ ਤੇ ਹੁਕਮ ਨਾ ਚੱਲੇ ਤਾਂ ਆਪਣੇ ਪਰਿਵਾਰ ਤੇ ਚਲਾਉਣਾ ਚਾਹੁੰਦਾ, ਪਰਿਵਾਰ ਤੇ ਨਾ ਚੱਲੇ ਆਪਣੀ ਘਰਵਾਲੀ ਤੇ ਚਲਾਉਣਾ ਚਾਹੁੰਦਾ, ਘਰਵਾਲੀ ਤੇ ਵੀ ਹੁਕਮ ਨਾ ਚੱਲੇ ਫਿਰ ਸਾਡੇ ਵਰਗਿਆਂ ਤੇ, ਗ੍ਰੰਥੀ ਰਾਗੀ ਢਾਡੀਆਂ ਤੇ ਚਲਾ ਦੇਗਾ। ਹੰਕਾਰ ਅਭਿਮਾਨ ਹੈ। ਜਿਸ ਦੇ ਅੰਦਰ ਆਪਣੀ ਫੈਸਿਲਿਟੀ, ਲਗਜ਼ਰੀ ਦਾ ਹੰਕਾਰ ਹੈ ਕਿ ਮੇਰਾ ਹੁਕਮ ਚੱਲਦਾ, ਮੇਰੇ ਕੋਲ ਸੁੱਖ ਸਹੂਲਤ ਹੈ। ਸਤਿਗੁਰੂ ਜੀ ਕਹਿੰਦੇ ਸੋ ਨਰਕ ਪਾਤੀ ਹੋਵਤ ਸੁਆਨ। ਉਹਦਾ ਮਨ ਕੁੱਤੇ ਦੇ ਸੁਭਾਅ ਵਾਲਾ ਬਣ ਗਿਆ। ਬਾਹਰੋਂ ਤਾਂ ਮਨੁੱਖ ਹੈ, ਅੰਦਰੋਂ ਕੁੱਤੇ ਦਾ ਜੀਵਨ, ਕੁੱਤੇ ਵਰਗਾ ਜੀਵਨ ਜਿਉ ਰਿਹਾ, ਭੌਂਕਦਾ ਹੈ। ਨਰਕ ਪਾਤੀ, ਨਰਕ ਵਿੱਚ ਪਿਆ ਹੋਇਆ, ਉਹਦਾ ਅੰਦਰਲਾ ਜੀਵਨ ਨਰਕ ਹੈ। ਅਸੀਂ ਬਾਹਰਲੀਆਂ ਸੁੱਖ ਸਹੂਲਤਾਂ ਦੇਖ ਕੇ ਸੋਚਦੇ ਹਾਂ ਬਹੁਤ ਸੁਖੀ ਹੈ। ਉਹ ਕਹਿੰਦੇ ਨੇ ਐਵੇਂ ਕਿਸੇ ਨੂੰ ਦੇਖ ਕੇ, ਉਹਦੇ ਸੁੱਖਾਂ ਨੂੰ ਦੇਖ ਕੇ ਝੁਰਿਆ ਨਾ ਕਰੋ। ਹੋ ਸਕਦਾ ਉਹ ਤੁਹਾਨੂੰ ਆਪਣੇ ਆਪ ਤੋਂ ਵੱਧ ਸੁਖੀ ਦੇਖ ਕੇ ਜੈਲਸ ਹੋ ਰਿਹਾ ਹੋਵੇ। ਸੁੱਖ ਬਾਹਰ ਨਹੀਂ ਹੁੰਦੇ, ਸੁੱਖ ਤਾਂ ਅੰਦਰ ਹੁੰਦਾ ਹੈ। ਜਿਹੜੇ ਹੰਕਾਰ ਵਿੱਚ ਜਿਉਂਦੇ ਨੇ ਉਹ ਅੰਦਰੋਂ ਨਰਕ ਬਣਾ ਲੈਂਦੇ ਨੇ, ਆਪਣੇ ਪਰਿਵਾਰ ਨੂੰ ਨਰਕ ਬਣਾ ਲੈਂਦੇ ਨੇ। ਉਹਨਾਂ ਦਾ ਮਨ ਕੁੱਤੇ ਦੀ ਜੁੰਨੀ ਵਿੱਚ ਹੁੰਦਾ ਹੈ, ਕੁੱਤੇ ਵਾਲੇ ਔਗਣ ਉਹਦੇ 'ਚ ਆ ਜਾਂਦੇ ਨੇ। ਜੋ ਜਾਨਾ ਮੈਂ ਜੋ ਬਨਵੰਤ, ਜਿਹਨੂੰ ਆਪਣੀ ਜਵਾਨੀ ਦਾ ਹੰਕਾਰ ਹੈ, ਆਪਣੇ ਸੋਹਣੇਪਣ ਦਾ ਹੰਕਾਰ ਹੈ, ਆਪਣੀ ਸੁੰਦਰਤਾ ਸੁਹੱਪਣ ਦਾ ਹੰਕਾਰ ਹੈ। ਸੋ ਹੋਵਤ ਵਿਸਟਾ ਕਾ ਜੰਤ।
ਉਹ ਵਿਕਾਰਾਂ ਦੀ ਗੰਦਗੀ ਵਿੱਚ ਪੈ ਜਾਂਦਾ ਹੈ। ਉਹਦਾ ਸਰੀਰ ਤਾਂ ਮਨੁੱਖ ਦਾ ਹੈ, ਉਹਦਾ ਮਨ ਵਿਸਟਾ ਦੇ ਕੀੜੇ ਦੀ ਜੂਨੀ ਭੋਗ ਰਿਹਾ। ਸੁਭਾਅ ਇਹ ਜਿਹਾ ਆਪਸ ਕਉ ਕਰਮਬੰਤ ਕਹਾਵੈ, ਜਿਹੜਾ ਆਪਣੇ ਕੀਤੇ ਹੋਏ ਕਰਮਾਂ ਤੇ ਹੰਕਾਰ ਕਰਦਾ। ਇੱਕ ਹੁੰਦਾ ਦੂਜਿਆਂ ਲਈ ਜਿਉਣਾ, ਆਪਾਂ ਵਾਰ ਦੇਣਾ, ਦੂਸਰਿਆਂ ਲਈ ਹੰਕਾਰ ਨਹੀਂ ਕਰਨਾ। ਸ਼ੁਕਰਾਨਾ ਕਰਦੇ ਨੇ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਕਿ ਉਹ ਸੇਵਾ ਦਿੰਦੇ ਨੇ, ਚਾਕਰੀ ਦਿੰਦੇ ਨੇ। ਦੂਸਰਾ ਇਹ ਹੈ ਕਿ ਆਪਣੇ ਕਰਮਾਂ ਤੇ ਜਿਹੜੇ ਹੰਕਾਰ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਜਨਮ ਮਰੈ ਬਹੁ ਜੋਨ ਭਰਮਾਵੈ। ਮਨੁੱਖ ਦਾ ਸਰੀਰ ਹੈ, ਇਸ ਜੀਵਨ ਦੇ ਵਿੱਚ ਉਹਨਾਂ ਦਾ ਮਨ ਗੁਣਾਂ ਤੋਂ ਮਰ ਜਾਂਦਾ ਹੈ। ਔਗਣਾਂ ਵਿੱਚ ਜਾ ਕੇ ਵੱਖ-ਵੱਖ ਪਸ਼ੂ ਪੰਛੀ ਜਾਨਵਰਾਂ ਦਾ ਸੁਭਾਅ ਆਪਣੇ ਅੰਦਰ ਲਿਆਉਂਦਾ। ਉਹ ਇਸ ਤਰ੍ਹਾਂ ਜਿਉਂਦੇ ਜੀ ਉਹਨਾਂ ਦਾ ਮਨ ਜੂਨੀਆਂ ਭੋਗਦਾ, ਭਰਮਦਾ ਉਹਦੇ 'ਚ। ਪਸ਼ੂਆਂ ਵਰਗਾ ਸੁਭਾਅ, ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਨਵਰਾਂ ਵਰਗਾ ਸੁਭਾਅ। ਜਿਵੇਂ ਜਾਨਵਰ ਇੱਕ ਦੂਸਰੇ ਨਾਲ ਲੜਦੇ ਨੇ, ਖਹਿੰਦੇ ਨੇ, ਵੈਰ ਵਿਰੋਧ ਕਰਦੇ ਨੇ, ਇਸੇ ਤਰ੍ਹਾਂ ਮਨੁੱਖ ਕਰਦਾ ਹੈ। ਆਪਣੇ ਕਰਮਾਂ ਦੇ ਹੰਕਾਰ ਕਰਕੇ ਇਸ ਮਨ ਦੀਆਂ ਜੂਨੀਆਂ ਵਿੱਚ ਭਟਕਦਾ ਹੈ। ਧਨ ਭੂਮਿਕਾ ਜੋ ਕਰੈ ਗੁਮਾਨ, ਜੋ ਆਪਣੀ ਭੂਮੀ, ਜ਼ਮੀਨ, ਪ੍ਰਾਪਰਟੀ ਦਾ ਹੰਕਾਰ ਕਰਦਾ ਹੈ, ਸੋ ਮੂਰਖ ਅੰਧਾ ਗਿਆਨ। ਸਤਿਗੁਰੂ ਕਹਿੰਦੇ ਮੂਰਖ ਹੈ, ਉਹਦੇ ਕੋਲ ਸੋਝੀ ਦੀਆਂ ਅੱਖਾਂ ਨਹੀਂ, ਅਗਿਆਨਤਾ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਜਿਹਦੇ ਹਿਰਦੇ ਵਿੱਚ ਨਿਮਰਤਾ ਹੈ, ਨਿਮਾਣਾਪਣ ਹੈ, ਸਬਰ ਸੰਤੋਖ ਹੈ, ਉਹਦੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ। ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਇਹ ਦਾਤਾਂ ਮਿਲਦੀਆਂ ਨੇ। ਨਾਨਕ ਇਹਾਂ ਮੁਕਤ ਆਗਿਆ ਸੁਖ ਪਾਵੈ। ਉਹ ਪ੍ਰੈਜੈਂਟ ਦੇ ਵਿੱਚ, ਇਹਾਂ ਦੇ ਅਰਥ ਪ੍ਰੈਜੈਂਟ ਹੈ, ਆਗਿਆ ਦੇ ਅਰਥ ਫਿਊਚਰ ਹੈ। ਉਹ ਪ੍ਰੈਜੈਂਟ ਦੇ ਵਿੱਚ ਆਦਤਾਂ ਤੋਂ ਮੁਕਤ ਹੋ ਜਾਂਦਾ ਹੈ। ਸਬਰ ਸੰਤੋਖ ਵਾਲਾ ਮਨੁੱਖ ਲੋਭ ਲਾਲਚ ਦੀ ਆਦਤ ਤੋਂ ਬਚ ਜਾਂਦਾ ਹੈ। ਨਿਮਰਤਾ ਵਾਲਾ ਮਨੁੱਖ ਹੰਕਾਰ ਦੀਆਂ ਆਦਤਾਂ ਤੋਂ ਬਚ ਜਾਂਦਾ ਹੈ। ਪਿਆਰ ਦੇ ਰੰਗ ਵਿੱਚ ਜਿਉਣ ਵਾਲਾ ਮਨੁੱਖ ਨਫ਼ਰਤ ਦੀਆਂ ਆਦਤਾਂ ਤੋਂ ਬਚ ਜਾਂਦਾ ਹੈ। ਤੇ ਫਿਊਚਰ ਵਿੱਚ ਉਹਦੇ ਲਈ ਆਤਮਿਕ ਸੁੱਖ ਦੇ ਬੀਜ ਬੀਜੇ ਜਾਂਦੇ ਨੇ। ਉਹਦੇ ਬੱਚੇ ਆਗਿਆਕਾਰੀ ਹੁੰਦੇ ਨੇ, ਉਹਦੇ ਘਰ ਵਿੱਚ ਏਕਤਾ ਹੁੰਦੀ ਹੈ, ਉਹਦਾ ਘਰ ਧਰਮਸ਼ਾਲਾ ਵਰਗਾ ਹੁੰਦਾ ਹੈ। ਧਨਵੰਤਾ ਹੋਏ ਕਰ ਗਰਭਾਵ ਹੈ, ਜਿਹੜੇ ਆਪਣੇ ਧਨ ਦਾ, ਆਪਣੀ ਆਮਦਨ ਦਾ ਹੰਕਾਰ ਕਰਦੇ ਨੇ। ਉਹਨਾਂ ਨੂੰ ਪਤਾ ਨਹੀਂ ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਇੱਕ ਤ੍ਰਿਣ ਮਾਤਰ ਵੀ ਨਾ ਦੁੱਖਾਂ 'ਚ ਨਿਭਦਾ ਹੈ। ਕੀ ਕਰੇਗੀ ਅਮੀਰੀ, ਕੀ ਕਰੇਗੀ ਪ੍ਰਾਪਰਟੀ, ਜੇ ਬੱਚਿਆਂ ਨੂੰ ਸੰਸਕਾਰ ਨਾ ਮਿਲੇ ਤੇ ਬੱਚੇ ਹੱਥੋਂ ਨਿਕਲ ਗਏ। ਕੀ ਕਰੇਗੀ ਅਮੀਰੀ ਜੇ ਪਤੀ ਪਤਨੀ ਦਾ ਕਲੇਸ਼ ਹੈ। ਉਸ ਕਲੇਸ਼ ਦੇ ਵਿੱਚ ਪਰਿਵਾਰ ਦਾ ਜਿਹੜਾ ਮੈਂਬਰ ਦੁਖੀ ਹੈ। ਤ੍ਰਿਣ ਮਾਤਰ ਵੀ ਅਮੀਰੀ, ਪੈਸਾ ਸਾਥ ਨਹੀਂ ਦੇ ਰਿਹਾ। ਤੇ ਮਰਨ ਤੋਂ ਬਾਅਦ ਤਾਂ ਇਹਨੇ ਸਾਥ ਦੇਣਾ ਹੀ ਕੀ ਹੈ, ਤੇ ਜਿਉਂਦੇ ਜੀ ਨਹੀਂ ਦੇ ਰਿਹਾ। ਬਹੁ ਲਸ਼ਕਰ ਮਨੁੱਖ ਉੱਪਰ ਕਰੇ ਆਸ, ਜਿਹੜਾ ਮਨੁੱਖ ਇਸ ਤਰ੍ਹਾਂ ਗੁਮਾਨ ਵਿੱਚ ਫਿਰਦਾ, ਮੇਰੇ ਨਾਲ ਲਾ ਲਸ਼ਕਰ ਹੈ, ਮੇਰੇ ਨਾਲ ਦੁਨੀਆ ਤੁਰਦੀ ਹੈ, ਮੇਰੀ ਪਦਵੀ ਹੈ, ਮੇਰੇ ਅੱਗੇ ਝੁਕਦੀ ਹੈ ਦੁਨੀਆ। ਪਲ ਭੀਤਰ ਤਾਂ ਕਾ ਹੋਏ ਵਿਨਾਸ਼, ਇੱਕ ਪਲ ਦੇ ਵਿੱਚ ਕਦੋਂ ਉਹ ਅੰਦਰੋਂ ਦੁਖੀ ਹੋ ਜਾਵੇ ਤੇ ਕਦੋਂ ਉਹਦਾ ਜੀਵਨ ਤਬਾਹ ਹੋ ਜਾਵੇ, ਕੁਛ ਨਹੀਂ ਪਤਾ। ਜਦੋਂ ਪਦਵੀਆਂ ਲੈ ਜਾਂਦੀਆਂ ਨੇ ਦੁਨੀਆ, ਉਹਨਾਂ ਨੂੰ ਚੱਲੇ ਹੋਏ ਕਾਰਤੂਸ ਕਹਿੰਦੀਆਂ ਨੇ। ਉਸ ਵੇਲੇ ਜਦੋਂ ਪਦਵੀ ਹੁੰਦੀ ਹੈ, ਬੜਾ ਹੰਕਾਰ ਹੁੰਦਾ ਪਦਵੀ। ਸਭ ਤੇ ਆਪ ਜਾਨੈ ਬਲਵੰਤ, ਜਿਹੜਾ ਆਪਣੇ ਆਪ ਨੂੰ ਸਭ ਤੋਂ ਬਲਵਾਨ ਸ਼ਕਤੀਸ਼ਾਲੀ ਸਮਝਦਾ। ਕਿਨ ਮੈਂ ਹੋਏ ਜਾਏ ਪਸਮੰਤ, ਇੱਕ ਛਿਨ ਦੇ ਵਿੱਚ ਭਸਮ ਮਿੱਟੀ ਦੀ ਢੇਰੀ ਬਣ ਸਕਦਾ। ਜਿਹੜਾ ਆਪਣੇ ਆਪ ਨੂੰ ਚਾਹੇ ਪੈਸੇ ਤੇ, ਚਾਹੇ ਪ੍ਰਾਪਰਟੀ ਤੇ, ਚਾਹੇ ਸ਼ਕਤੀ ਤੇ ਮਾਣ ਕਰਦਾ ਨਾ, ਹੰਕਾਰ ਕਰਦਾ, ਕਦੋਂ ਉਹਦੇ ਸੁੱਖ ਭਸਮ ਹੋ ਜਾਣ, ਕਦੋਂ ਉਹਦੀ ਏਕਤਾ ਭਸਮ ਹੋ ਜਾਵੇ, ਕਦੋਂ ਉਹਦੀਆਂ ਖੁਸ਼ੀਆਂ ਭਸਮ ਹੋ ਜਾਣ, ਕਦੋਂ ਉਹਦਾ ਜੀਵਨ ਅੰਦਰੋਂ ਸਵਾਹ ਹੋ ਜਾਵੇ, ਕੁਛ ਨਹੀਂ ਭਰੋਸਾ। ਪਰ ਮਨੁੱਖ ਆਪਣੇ ਹੰਕਾਰ ਵਿੱਚ ਕਿਸੇ ਨਾ ਵਧੈ ਆਪ ਅਹੰਕਾਰੀ, ਆਪਣੇ ਆਪ ਨੂੰ ਹੰਕਾਰ 'ਚ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਸਭ ਨੂੰ ਨੀਵੇਂ ਸਮਝਦਾ, ਘਟੀਆ ਸਮਝਦਾ। ਇੱਥੋਂ ਤੱਕ ਆਪਣੇ ਹੰਕਾਰ ਵਿੱਚ ਆਪਣੇ ਪਰਿਵਾਰ ਨੂੰ ਵੀ ਤੁੱਛ ਸਮਝਦਾ। ਧਰਮ ਰਾਏ ਤਿਸ ਕਰੇ ਖੁਆਰੀ, ਰੱਬ ਦਾ ਫਿਰ ਨਿਜ਼ਮ ਹੈ, ਉਹਦੇ ਜੀਵਨ ਵਿੱਚ, ਉਹਦੇ ਘਰ ਵਿੱਚ ਖੱਜਲ ਖੁਆਰੀਆਂ ਪੈਦਾ ਹੁੰਦੀਆਂ, ਸੁਖੀ ਨਹੀਂ ਹੁੰਦਾ, ਦੇਖਣ ਨੂੰ ਲੱਗਦਾ ਹੁੰਦਾ। ਗੁਰ ਪ੍ਰਸਾਦ ਜਾ ਕਾ ਮਿਟੈ ਮਹਾਨ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਵਾਪਰਦੀ ਹੈ, ਉਹਨਾਂ ਦੇ ਅੰਦਰ ਅਭਿਮਾਨ ਮਿਟ ਜਾਂਦਾ, ਉਹ ਨਿਮਰਤਾ ਵਿੱਚ ਹੁੰਦੇ।
ਸਬਰ ਸੰਤੋਖ ਵਿੱਚ ਹੁੰਦੇ ਨੇ। ਸੋ ਜਨ ਨਾਨਕ ਦਰਗਾਹ ਪ੍ਰਵਾਨ, ਉਹ ਰੱਬ ਦੀ ਦਰਗਾਹ ਵਿੱਚ ਹੈ ਨਾਨਕ ਜੀ ਪ੍ਰਵਾਨ ਹੋ ਜਾਂਦੇ ਨੇ, ਚਾਕਰ ਬਣ ਜਾਂਦੇ ਨੇ, ਜਨ ਵਾਹਿਗੁਰੂ ਜੀ ਦੀਆਂ ਬਖਸ਼ਾਂ ਦੇ ਪਾਤਰ ਬਣ ਜਾਂਦੇ ਨੇ। ਕੋਟ ਕਰਮ ਕਰੈ ਹਉ ਧਾਰੇ, ਜਿਹੜੇ ਕਰਮ ਕਰਦੇ ਨੇ ਤੇ ਕਰਮਾਂ ਦਾ ਹੰਕਾਰ ਬੜਾ ਕਰਦੇ ਨੇ। ਸ਼ਰਮ ਪਾਵੈ ਸਗਲੇ ਵਿਰਥਾਰੇ, ਉਹ ਜਿੰਨੀ ਮਿਹਨਤ ਕਰਦੇ ਨੇ ਨਾ ਸਾਰੀ ਵਿਅਰਥ ਹੀ ਚਲੀ ਜਾਂਦੀ ਹੈ। ਸੋਚਦੇ ਨੇ ਪੈਸਾ ਕਮਾਵਾਂਗੇ ਸੁਖੀ ਹੋਵਾਂਗੇ, ਸਾਰੀ ਜ਼ਿੰਦਗੀ ਪੈਸਾ ਕਮਾਉਣ ਤੇ ਲਾਉਂਦੇ ਨੇ, ਸੁੱਖ ਤੇ ਮਾਣੇ ਹੀ ਨਹੀਂ, ਆਖੋ ਵਾਹਿਗੁਰੂ। ਉਹਨਾਂ ਨੂੰ ਲੱਗਦਾ ਪੈਸੇ ਪ੍ਰਾਪਰਟੀ ਨਾਲ ਖੁਸ਼ੀਆਂ ਆਉਣਗੀਆਂ, ਤੇ ਸਾਰੀ ਜ਼ਿੰਦਗੀ ਤਾਂ ਖੱਜਲ ਖੁਆਰੀ ਵਿੱਚ ਬਤੀਤ ਕਰ ਲਈ, ਖੁਸ਼ੀਆਂ ਤਾਂ ਆਈਆਂ ਹੀ ਨਹੀਂ। ਸ਼ਰਮ ਪਾਵੈ ਸਗਲੇ ਬਿਰਥਾਰੇ, ਸਾਰਾ ਬਿਰਥਾ ਹੀ ਚੱਲਦਾ ਹੈ। ਫਜ਼ੂਲ ਅਨਕ ਤਪੱਸਿਆ ਕਰੇ ਅਹੰਕਾਰ, ਜੇ ਦੁਨਿਆਵੀ ਪੱਧਰ ਤੇ ਹੰਕਾਰ ਹੈ ਤੇ ਧਾਰਮਿਕ ਪੱਧਰ ਤੇ ਵੀ ਹੈ। ਕੁਝ ਤਪ ਕਰਦੇ ਨੇ, ਹੰਕਾਰ ਕਰਦੇ ਨੇ, ਨਰਕ ਸੁਰਗ ਫਿਰ ਫਿਰੇ ਅਵਤਾਰ, ਆਪਣੇ ਅੰਦਰ ਚਿੰਤਾ ਦੁੱਖ ਹੰਕਾਰ ਕ੍ਰੋਧ ਆਦਿਕ ਦੇ ਨਰਕ ਵਿੱਚ ਫਿਰ ਮਨ ਫਸਦਾ ਹੈ। ਕਦੀ ਖੁਸ਼ ਮਹਿਸੂਸ ਹੁੰਦਾ ਤੇ ਕਦੀ ਦੁਖੀ ਮਹਿਸੂਸ ਕਰਦਾ ਹੈ, ਅੰਦਰਲਾ ਨਰਕ ਸਵਰਗ ਹੈ। ਇਸੇ ਤਰ੍ਹਾਂ ਹੀ ਆਪਣੇ ਪਰਿਵਾਰ ਵਿੱਚ ਆਪਣੇ ਚਾਰ ਸਪੇਰੇ ਖੁਸ਼ੀਆਂ ਸਿਰਜ ਲੈਂਦਾ ਤੇ ਥੋੜੇ ਚਿਰ ਬਾਅਦ ਫਿਰ ਚਿੰਤਾ ਦੁੱਖ ਸਿਰਜ ਲੈਂਦਾ ਹੈ। ਫਿਰ ਅਵਤਾਰ ਹਰ ਵੇਲੇ ਇਸ ਤਰ੍ਹਾਂ ਵਾਰੀ ਦੇ ਨਾਲ ਕਦੀ ਨਰਕ ਵਰਗਾ ਮਾਹੌਲ ਤੇ ਕਦੀ ਸਵਰਗ ਵਰਗਾ ਮਾਹੌਲ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਲੱਖ ਯਤਨ ਕਰਦਾ ਹੈ, ਉਹਦਾ ਹਿਰਦਾ ਪਿੰਗਲਦਾ ਨਹੀਂ, ਉਹਦਾ ਨਰਮ ਕੋਮਲ ਮਨ ਨਹੀਂ ਬਣਦਾ। ਹਰ ਦਰਗਾਹ ਕੋ ਕੈਸੇ ਗਵੈ, ਫਿਰ ਉਹਦੀ ਪਹੁੰਚ ਵਾਹਿਗੁਰੂ ਜੀ ਦੇ ਨਿਜ਼ਮ ਤੱਕ ਨਹੀਂ ਬਣਦੀ, ਰੱਬੀ ਦਰਗਾਹ ਤੱਕ ਉਹਦੀ ਪਹੁੰਚ ਨਹੀਂ ਬਣਦੀ, ਰੱਬ ਦੀਆਂ ਬਖਸ਼ਾਂ ਦਾ ਪਾਤਰ ਨਹੀਂ ਬਣ ਸਕਦਾ। ਆਪਸ ਕੋ ਜੋ ਭਲਾ ਕਹਾਵੈ, ਜਿਹੜਾ ਆਪਣੇ ਆਪ ਨੂੰ ਚੰਗਾ ਕਹਾਉਂਦਾ ਹੈ, ਦੂਸਰਿਆਂ ਤੇ ਪ੍ਰਭਾਵ ਪਾਉਣਾ ਚਾਹੁੰਦਾ ਹੈ, ਤੇ ਸਹਿ ਭਲਾਈ ਨਿਕਟ ਨਾ ਆਵੈ, ਐਕਚੁਅਲੀ ਚੰਗਾਪਣ ਉਹਦੇ ਨੇੜੇ ਨਹੀਂ ਆਉਂਦਾ, ਕਿਉਂਕਿ ਹੰਕਾਰ ਕਦੀ ਅੰਦਰੋਂ ਚੰਗਾ ਨਹੀਂ ਬਣ ਦੇਗਾ। ਸਰਬ ਕੀ ਰੇਨ ਜਾ ਕਾ ਮਨ ਹੋਏ, ਜਿਨ੍ਹਾਂ ਦਾ ਮਨ ਨਿਮਰਤਾ ਵਿੱਚ ਹੁੰਦਾ ਹੈ, ਦੂਸਰਿਆਂ ਦੀ ਚਰਨ ਧੂੜੀ ਆਪਣੇ ਆਪ ਨੂੰ ਮੰਨਦੇ ਨੇ। ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਨਾਨਕ ਜੀ ਕਹਿੰਦੇ ਨੇ ਉਹਨਾਂ ਦੀ ਸ਼ੋਭਾ ਪਵਿੱਤਰ ਹੁੰਦੀ ਹੈ, ਨਿਰਮਲ ਹੁੰਦੀ ਹੈ। ਉਹ ਸਹੀ ਮਾਇਨਿਆਂ ਦੇ ਵਿੱਚ ਉਹ ਦੂਸਰਿਆਂ ਦੇ ਦਿਲਾਂ ਤੇ ਰਾਜ ਕਰਦੇ ਨੇ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਜਦੋਂ ਮਨੁੱਖ ਨੂੰ ਹੰਕਾਰ ਹੁੰਦਾ ਕਿ ਮੈਂ ਕਰ ਰਿਹਾ ਤਾਂ ਹੋ ਰਿਹਾ, ਤਬ ਇਸ ਕੋ ਸੁਖ ਨਾ ਹੀ ਕੋਏ, ਇਹਦੇ ਅੰਦਰ ਸੁੱਖ ਨਹੀਂ ਹੋ ਸਕਦਾ, ਸੰਤੁਸ਼ਟੀ ਨਹੀਂ ਹੋ ਸਕਦੀ, ਅੰਦਰ ਇਹਨੂੰ ਆਤਮਿਕ ਸੁੱਖ ਨਹੀਂ ਮਿਲ ਸਕਦਾ। ਜਬ ਇਹ ਜਾਣੈ ਮੈਂ ਕਿਛ ਕਰਤਾ, ਜਦੋਂ ਇਹਨੂੰ ਲੱਗਦਾ ਕਿ ਮੈਂ ਕਰਦਾ, ਮੇਰੇ ਆਸਰੇ ਬਿਜ਼ਨਸ ਚੱਲ ਰਿਹਾ, ਮੇਰੇ ਆਸਰੇ ਪਰਿਵਾਰ ਚੱਲ ਰਿਹਾ, ਮੇਰੇ ਆਸਰੇ ਸਮਾਜ ਚੱਲ ਰਿਹਾ, ਮੈਂ ਕਰਦਾ ਤਾਂ ਚੱਲ ਰਿਹਾ, ਤਬ ਲੱਗ ਗਰਭ ਜੋਨ ਮੈਂ ਫਿਰਤਾ, ਫਿਰ ਇਹ ਹੰਕਾਰ ਰੂਪੀ ਗਰਭ ਵਿੱਚ ਆ ਜਾਂਦਾ ਹੈ, ਬਾਰ ਭਟਕਦਾ ਹੈ। ਜਬ ਧਾਰੈ ਕੋ ਬੈਰੀ ਮੀਤ, ਤੇ ਜਦੋਂ ਕੋਈ ਬੈਰੀ ਮੀਤ ਦੇ ਅਰਥ ਵੈਰ ਵਿਰੋਧ ਵਿੱਚ ਧੜੇਬੰਦੀਆਂ ਵਿੱਚ ਫਸਦਾ ਹੈ, ਤਬ ਲੱਗ ਨਿਹਚਲ ਨਾਹੀ ਚੀਤ, ਤਦ ਇਹਦੇ ਮਨ ਨੂੰ ਨਿਹਚਲ ਟਿਕਾਣਾ ਨਹੀਂ, ਇਹ ਅਡੋਲ ਨਹੀਂ ਹੋ ਸਕਦਾ। ਜਬ ਲੱਗ ਮੋਹ ਮਗਨ ਸੰਗ ਮਾਏ, ਤੇ ਜਦੋਂ ਇਹ ਮੋਹ ਮਮਤਾ ਦੇ ਵਿੱਚ ਧੜੇਬੰਦੀਆਂ ਵਿੱਚ ਫਸਦਾ ਹੈ, ਆਪਣਿਆਂ ਨੂੰ ਚੰਗੇ ਤੇ ਦੂਸਰਿਆਂ ਨੂੰ ਬੁਰੇ ਸਮਝਦਾ ਹੈ, ਜਿਹਦੇ ਧੜੇ ਨਾਲ ਨਹੀਂ ਬਣਦੀ, ਜਿਹੜੀ ਸੰਸਥਾ ਨਾਲ ਨਹੀਂ ਬਣਦੀ, ਉਹਨਾਂ ਨੂੰ ਦੁਸ਼ਮਣ ਸਮਝਦਾ, ਸੋਚਦਾ ਉਹਨਾਂ 'ਚ ਕੋਈ ਗੁਣ ਹੀ ਨਹੀਂ, ਆਪਣੇ ਧੜੇ ਦੇ ਆਪਣੀ ਸੰਸਥਾ ਦੇ ਬੰਦੇ ਨੂੰ ਕਹਿੰਦਾ ਇਹਨਾਂ 'ਚ ਔਗਣੀ ਕੋਈ ਨਹੀਂ। ਤਬ ਲੱਗ ਧਰਮ ਰਾਏ ਦੇ ਸਜਾਏ, ਫਿਰ ਰੱਬ ਦੀਆਂ ਨਜ਼ਰਾਂ, ਰੱਬ ਦਾ ਨਿਜ਼ਮ ਇਹਨੂੰ ਦੁੱਖਾਂ ਦੀ ਚਿੰਤਾ ਦੀ ਸਜ਼ਾ ਦਿੰਦਾ ਰਹਿੰਦਾ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਬੰਧਨ ਟੁੱਟ ਜਾਂਦੇ ਨੇ, ਆਦਤਾਂ ਉਹਨਾਂ ਦੀਆਂ ਆਦਤਾਂ ਤੋਂ ਖਹਿੜਾ ਛੁੱਟ ਜਾਂਦਾ ਹੈ। ਗੁਰ ਪ੍ਰਸਾਦ ਨਾਨਕ ਹੋਂ ਛੂਟੈ, ਇਹ ਨਾਨਕ ਜੀ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਹੰਕਾਰ ਤੋਂ ਮਨ ਖਹਿੜਾ ਛਡਾਉਂਦਾ ਹੈ। ਬਖਸ਼ਿਸ਼ ਬਿਨਾਂ ਹੰਕਾਰ ਤੋਂ ਨਿਮਰਤਾ ਵਿੱਚ ਨਹੀਂ ਆਇਆ ਜਾ ਸਕਦਾ। ਸਹਿਸ ਖੱਟੇ ਲੱਖ ਕੋਠ ਧਾਵੈ, ਮਨੁੱਖ ਤ੍ਰਿਸ਼ਨਾ ਵਿੱਚ ਲੋਭ ਲਾਲਚ ਵਿੱਚ ਸੈਂਕੜੇ ਕਮਾਉਂਦਾ, ਫਿਰ ਕਹਿੰਦਾ ਲੱਖਾਂ ਹੋਵੇ, ਲੱਖਾਂ ਕਮਾਉਣ ਤੁਰਦਾ, ਇਹਦੀ ਦੌੜ ਮੁੱਕਦੀ ਨੀ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਇਹ ਕਦੀ ਵੀ ਸੰਤੁਸ਼ਟ ਨਹੀਂ ਹੁੰਦਾ, ਕਿਉਂਕਿ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ। ਇਹ ਤ੍ਰਿਪਤੀ ਨਹੀਂ ਹੋ ਸਕਦਾ, ਇਹ ਸੋਚਦਾ ਮੈਂ ਆਹ ਕਰਾਂਗਾ ਮੇਰੀਆਂ ਖੁਸ਼ੀਆਂ ਮਿਲਣਗੀਆਂ, ਜਦੋਂ ਮਿਲ ਜਾਂਦੀਆਂ ਨੇ ਥੋੜਾ ਚਿਰ ਖੁਸ਼ੀਆਂ ਮਾਣਦਾ ਤਾਂ ਮਾਈਲਸਟੋਨ ਹੋਰ ਅੱਗੇ ਲੱਗ ਜਾਂਦਾ ਹੈ। ਅਨੇਕ ਭੋਗ ਵਿਖਿਆ ਕੇ ਕਰੈ, ਫਿਰ ਇਹ ਜਿੰਨਾ ਇਹਨਾਂ ਰਸਾਂ ਨੂੰ ਇਕੱਠਾ ਕਰਦਾ ਹੈ ਉਹਦੇ ਮਾਇਆ ਦੇ ਪਿੱਛੇ ਭੱਜਦਾ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨੇਕ ਭੋਗ ਵਿਖਿਆ ਕੇ ਕਰੈ, ਫਿਰ ਇਹ ਵਿਕਾਰਾਂ ਦੇ ਰਸ ਮਾਣਦਾ, ਨਹ ਤ੍ਰਿਪਤ ਆਵੈ ਖਪ ਖਪ ਮਰੈ,
ਇਹ ਤ੍ਰਿਪਤ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ, ਖਪਦਾ ਹੈ, ਖਿੱਝਦਾ ਹੈ, ਖੱਜਲ ਖੁਆਰ ਹੁੰਦਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਇਹ ਮਨ ਸੰਤੋਖ ਤੋਂ ਬਿਨਾਂ ਰੱਜ ਨਹੀਂ ਸਕਦਾ। ਸੁਪਨ ਮਨੋਰਥ ਬਿਰਥੇ ਸਭ ਕਾਜੈ, ਇਹ ਜਿੰਨੇ ਯਤਨ ਕਰ ਰਿਹਾ ਹੈ, ਇਹ ਇਸ ਤਰ੍ਹਾਂ ਜਿਵੇਂ ਸੁਪਨੇ ਦੇ ਵਿੱਚ ਕੋਈ ਪ੍ਰਾਪਤੀ ਕਰਦਾ ਹੈ ਤੇ ਉਹਦਾ ਸੁਪਨੇ ਦਾ ਮਨੋਰਥ ਕਦੀ ਪੂਰਾ ਨਹੀਂ ਹੁੰਦਾ। ਜਦੋਂ ਨੀਂਦ ਖੁੱਲ੍ਹਦੀ ਹੈ ਤੇ ਉਹਦੇ ਹੱਥ ਕੁਛ ਨਹੀਂ ਆਉਂਦਾ। ਇਸ ਤਰ੍ਹਾਂ ਮਨੁੱਖ ਦੀ ਦੌੜ ਲੱਗੀ ਹੋਈ। ਨਾਮ ਰੰਗ ਸਰਬ ਸੁਖ ਹੋਏ, ਅਸਲੀ ਸੁਖ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼ ਦੇ ਨਾਲ ਪਿਆਰ, ਰੱਬ ਦੀ ਮਿੱਠੀ ਮਿੱਠੀ ਯਾਦ, ਉਹਦੀ ਭੈ ਭਾਵਨੀ, ਉਹਦੇ ਮਿਸ਼ਨ ਤੇ ਤੁਰਨ ਦੇ ਨਾਲ ਹੀ ਅਸਲੀ ਸੁਖ ਮਿਲ ਸਕਦਾ ਹੈ। ਮਿਲਦਾ ਕਿਵੇਂ? ਬੜ ਭਾਗੀ ਕਿਸੇ ਪ੍ਰਾਪਤ ਹੋਏ, ਵੱਡੇ ਭਾਗਾਂ ਦੇ ਨਾਲ ਕਿਸੇ ਵਿਰਲਿਆਂ ਨੂੰ ਇਹ ਪ੍ਰਾਪਤ ਹੁੰਦਾ ਹੈ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਵਾਹਿਗੁਰੂ ਜੀ ਆਪ ਹੀ ਕਰਨ ਕਰਾਵਨ ਹਾਰ ਨੇ, ਉਹਨਾਂ ਕੋਲੇ ਸਾਧਨ ਨੇ, ਸ਼ਕਤੀਆਂ ਵਾਹਿਗੁਰੂ ਜੀ ਦੀਆਂ ਚੱਲਣੀਆਂ ਨੇ, ਰਿਜ਼ਲਟ ਉਹੀ ਆਉਣਾ ਜੋ ਵਾਹਿਗੁਰੂ ਜੀ ਕਰਦੇ ਨੇ। ਇਸ ਲਈ ਹੇ ਨਾਨਕ ਜੀ, ਉਹਨੂੰ ਜਪਣਾ ਚਾਹੀਦਾ ਹੈ, ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਜਿਉਣਾ ਚਾਹੀਦਾ ਹੈ, ਉਹਦੇ ਸ਼ੁਕਰਾਨੇ ਵਿੱਚ ਜਿਉਣਾ ਚਾਹੀਦਾ ਹੈ, ਰੱਬੀ ਉਪਦੇਸ਼ਾਂ ਨੂੰ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਹਰ ਵੇਲੇ ਫੋਲੋ ਕਰਨਾ ਚਾਹੀਦਾ ਹੈ। ਸਤਿਗੁਰੂ ਰਹਿਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ।